ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਆਪ ਲਿਓ ਹਰ ਕਥਾ ਵਿਚਾਰੀ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਸਵਾਇਮਾਨ ਸਾਧ ਸੰਗਤ ਜੀਓ, ਵਡਭਾਗੇ ਹੋ ਆਪ ਜੀ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰੂ ਦਰਬਾਰ ਦੇ ਵਿੱਚ ਅੰਮ੍ਰਿਤਮਈ ਬਾਣੀਆਂ ਬੇਅੰਤ ਬਾਣੀਆਂ ਦੇ ਜਾਪ ਸਰਵਣ ਕੀਤੇ ਹਨ। ਸੋ ਸਤਿਗੁਰੂ ਜੀ ਦੀ ਫਤਿਹ ਪ੍ਰਵਾਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਦੇ ਸਦਕਾ ਰਾਤਰੀ ਸੁੱਖਾਂ ਦੇ ਨਾਲ ਬਤੀਤ ਹੋਈ ਹੈ। ਅੰਮ੍ਰਿਤ ਵੇਲਾ ਹੋਇਆ ਹੈ। ਆਪ ਜੀ ਗੁਰੂ ਦਰਬਾਰ ਦੇ ਵਿੱਚ ਇਕੱਤਰ ਹੋ ਕਰਕੇ ਸਤਿਗੁਰੂ ਜੀ ਦੀ ਇਲਾਹੀ ਦਰਗਾਹੀ ਗੁਰਬਾਣੀ ਦਾ ਓਟ ਆਸਰਾ ਲੈ ਰਹੇ ਹੋ। ਵਡਭਾਗੇ ਹੋਣ ਜੋ ਕਿ ਸਤਿਗੁਰੂ ਜੀ ਨੇ ਇਹ ਸੰਗਤ ਕਰਨ ਦਾ ਸੁਭਾਗ ਬਖਸ਼ਿਆ ਹੈ। ਸਤਿਗੁਰੂ ਜੀ ਅੱਜ ਦੇ ਫਰਮਾਨ ਦੇ ਵਿੱਚ ਕੀ ਹੁਕਮ ਕਰਦੇ ਹਨ। ਆਪ ਜੀ ਆਪਣੀਆਂ ਮਨੋਵਿਰਤੀਆਂ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕਰਕੇ ਸਰਵਣ ਕਰੋ ਜੀ। ਤਲੰਗ ਘਰ ਦੂਜਾ ਮਹੱਲਾ ਪੰਜਵਾ। ਤਲੰਗ ਰਾਗ ਦੇ ਵਿੱਚ ਦੂਜੇ ਘਰ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਪਾਤਸ਼ਾਹ ਬਾਣੀ ਕੇ ਬੋਹਿਤ ਸਤਿਗੁਰੂ ਅੱਜ ਦਾ ਫਰਮਾਨ ਸੰਗਤ ਨੂੰ ਦੱਸਣਾ ਕਰਦੇ ਹਨ ਜੀ। ਤੁਧ ਬਿਨ ਦੂਜਾ ਨਾਹੀ ਕੋਈ। ਸਤਿਗੁਰੂ ਜੀ ਕਹਿੰਦੇ ਤੁਧ ਬਿਨ ਦੂਜਾ ਨਾਹੀ ਕੋਈ ਕਿ ਹੇ ਪਾਤਸ਼ਾਹ ਜੀਓ, ਤੁਹਾਡੇ ਤੋਂ ਬਿਨਾਂ ਕੁਝ ਹੋਰ ਕਰਨ ਵਾਲਾ ਕੋਈ ਵੀ, ਸਾਨੂੰ ਬਣਾਉਣ ਵਾਲਾ, ਸਾਨੂੰ ਰਿਜ਼ਕ ਦੇਣ ਵਾਲਾ, ਸਾਨੂੰ ਸਵਾਸ ਦੇਣ ਵਾਲਾ ਕੋਈ ਹੋਰ ਨਹੀਂ ਹੈ ਦੂਸਰਾ। ਭਾਵ ਕਿ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਇਲਾਵਾ ਕੋਈ ਵੀ ਹੋਰ ਅਜਿਹਾ ਕੋਈ ਜੀਵ, ਕੋਈ ਮਨੁੱਖ, ਕੋਈ ਰੂਪ ਕੋਈ ਨਹੀਂ ਹੈ ਜਿਹੜਾ ਉਹ ਪਰਮਾਤਮਾ ਦੇ ਬਰਾਬਰ ਕੋਈ ਕੰਮ ਕੋਈ ਕਾਰਜ ਕਰ ਸਕਦਾ ਹੈ। ਜਿਸ ਤਰ੍ਹਾਂ ਉਹ ਪਰਮਾਤਮਾ ਸਭ ਕੁਝ ਕਰਨ ਵਾਲਾ ਹੈ, ਉਸ ਤਰ੍ਹਾਂ ਕੋਈ ਵੀ ਕੋਈ ਅਜਿਹਾ ਕੋਈ ਨਹੀਂ ਹੈ। ਤੂੰ ਕਰਤਾਰ ਕਰਹਿ ਸੋ ਹੋਏ। ਸਤਿਗੁਰੂ ਜੀ ਕਹਿੰਦੇ ਕਿ ਤੂੰ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ। ਤੂੰ ਕਰਤਾਰ ਕਰਹਿ ਸੋ ਹੋਏ। ਜੋ ਕੁਝ ਕਰਦਾ ਹੈ ਉਹੀ ਕੁਝ ਹੁੰਦਾ ਹੈ। ਜੋ ਕੁਝ ਤੂੰ ਸਾਡੇ ਜਿਹੜੇ ਤੁਸੀਂ ਮੱਥੇ 'ਤੇ ਲੇਖ ਲਿਖੇ ਹੋਏ ਹਨ ਉਹ ਜਿਵੇਂ ਹੁੰਦੇ ਹਨ ਉਵੇਂ, ਉਹ ਜਿਵੇਂ ਪ੍ਰਮਾਤਮਾ ਸਤਿਗੁਰੂ ਜੀ ਕਰਵਾਉਂਦੇ ਹਨ ਉਵੇਂ ਹੀ ਹੁੰਦੇ ਹਨ, ਉਵੇਂ ਹੀ ਚੱਲਦਾ ਹੈ। ਉਸ ਪ੍ਰਮਾਤਮਾ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ। ਜੋ ਵੀ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਹੋ ਰਿਹਾ ਹੈ, ਬਾਹਰ ਕੋਈ ਵੀ ਨਹੀਂ ਹੈ ਉਹਦੇ ਹੁਕਮ ਤੋਂ। ਭਾਵ ਕਿ ਪੱਤਾ ਵੀ ਹਿੱਲ ਰਿਹਾ ਹੈ ਜਿਹੜਾ ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਹਿੱਲ ਰਿਹਾ ਹੈ। ਇਸ ਕਰਕੇ ਉਸ ਪਰਮਾਤਮਾ ਤੂੰ ਕਰਤਾਰ ਕਰਹਿ ਸੋ ਹੋਏ, ਸਭ ਕੁਝ ਕਰਨ ਵਾਲਾ, ਬਣਾਉਣ ਵਾਲਾ, ਸਭ ਕੁਝ ਕਰਨ ਵਾਲਾ ਉਹ ਪਰਮਾਤਮਾ ਵਾਹਿਗੁਰੂ ਹੀ ਹੈ। ਤੇਰਾ ਜੋਰ ਤੇਰੀ ਮਨ ਟੇਕ। ਅਤੇ ਸਤਿਗੁਰੂ ਜੀ ਕਹਿੰਦੇ ਤੇਰਾ ਜੋਰ ਤੇਰੀ ਮਨ ਟੇਕ। ਅਸੀਂ ਜੀਵਾਂ ਨੂੰ ਤੁਹਾਡਾ ਹੀ ਆਸਰਾ ਹੈ। ਤੇਰਾ ਜੋਰ, ਤੁਹਾਡਾ ਹੀ ਜੋਰ ਹੈ ਸਾਡੇ 'ਤੇ, ਅਤੇ ਤੁਹਾਡਾ ਹੀ ਤਾਣ ਹੈ, ਭਾਵ ਜੋਰ ਹੈ। ਤੁਹਾਡਾ ਹੀ ਮਨ ਦੇ ਵਿੱਚ, ਸਾਡੇ ਮਨ ਦੇ ਲਈ ਜਿਹੜਾ ਸਹਾਰਾ ਹੈ ਉਹ ਪਰਮਾਤਮਾ ਦਾ ਨਾਮ ਹੀ ਹੈ। ਇਹ ਮਨ ਦੇ ਲਈ ਉਹ ਪਰਮਾਤਮਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਸਤਿਗੁਰੂ ਜੀ ਕਹਿੰਦੇ ਹੇ ਮੇਰੇ ਮਨ, ਤੂੰ ਸਦਾ ਰਹੋ ਹਰ ਨਾਲੇ। ਤੂੰ ਮੇਰੇ ਨਾਲ ਹਮੇਸ਼ਾ, ਉਹ ਪਰਮਾਤਮਾ ਵਾਹਿਗੁਰੂ ਹੈ ਜਿਹੜਾ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ। ਅਤੇ ਮਨ ਦੇ ਵਿੱਚ ਰਹਿਣ ਕਰਕੇ ਉਹ ਮਨ ਦੇ ਵਿੱਚ ਉਸ ਪਰਮਾਤਮਾ ਪ੍ਰਤੀ ਪ੍ਰੇਮ ਭਾਵਨਾ ਜਿਹੜੀ ਹੈ ਉਹ ਉਪਜਦੀ ਹੈ। ਜਿਵੇਂ ਆਪਾਂ ਕੋਈ ਅਗਨੀ ਜਿਹੜੀ ਹੈ, ਦੇਖੋ ਲੱਕੜ ਦੇ ਵਿੱਚ ਵੀ ਅੱਗ ਹੈ, ਪਰ ਆਪਾਂ ਲੱਕੜ ਦੇ ਉੱਪਰ ਕੋਈ ਪ੍ਰਸ਼ਾਦਾ ਨਹੀਂ ਪਕਾ ਸਕਦੇ। ਉਹ ਪਹਿਲਾਂ ਅੱਗ ਨੂੰ ਪ੍ਰਗਟ ਕਰਨਾ ਪਵੇਗਾ, ਪੈਦਾ ਕਰਨਾ ਪਵੇਗਾ, ਫਿਰ ਅਸੀਂ ਉਸ ਅੱਗ ਦੇ ਰਾਹੀਂ
ਪ੍ਰਸ਼ਾਦਾ ਤਿਆਰ ਕਰ ਸਕਦੇ ਹਾਂ ਜਾਂ ਲੰਗਰ ਕੁਝ ਵੀ ਤਿਆਰ ਕਰ ਸਕਦੇ ਹਾਂ। ਫਿਰ ਜਦੋਂ ਉਹ ਅੱਗ ਨੂੰ ਪ੍ਰਗਟ ਕਰਨਾ ਪਵੇਗਾ, ਉਸੇ ਤਰ੍ਹਾਂ ਹੀ ਮਨ ਹੈ, ਮਨ ਦੇ ਵਿੱਚੋਂ ਉਸ ਪਰਮਾਤਮਾ ਪ੍ਰਤੀ ਪ੍ਰੇਮ ਜਿਹੜਾ ਹੈ ਉਹ ਪ੍ਰਗਟ ਕਰਨਾ ਪਵੇਗਾ। ਜਿਵੇਂ ਆਪਾਂ ਕਹਿ ਦਈਏ ਕਿ ਕੋਈ ਬਰਤਨ ਦੇ ਵਿੱਚ ਕੋਈ ਚੀਜ਼ ਪਾਉਣੀ ਹੋਵੇ, ਜੇਕਰ ਉਹਨੂੰ ਪਹਿਲਾਂ ਖਾਲੀ ਕਰਨਾ ਪੈਂਦਾ ਹੈ, ਭਾਵ ਕਿ ਕੋਈ ਚੀਜ਼ ਵਸਤੂ ਕੋਈ ਬਰਤਨ ਦੇ ਵਿੱਚ ਪਾਉਣੀ ਪਵੇ, ਜੇਕਰ ਖਾਲੀ ਹੈ ਤਾਂ ਉਹਨੇ ਪਾਉਣੀ ਹੈ, ਕਿਉਂਕਿ ਆਪਣਾ ਮਨ ਹੈ ਜਿਹੜਾ ਇਹ ਤਾਂ ਭਰਿਆ ਪਿਆ ਹੈ ਪਹਿਲਾਂ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ, ਇਹਨੂੰ ਖਾਲੀ ਕਰਨਾ ਪਵੇਗਾ। ਮਨ ਦੀ ਗੱਲ ਕਰਦੇ ਹਾਂ ਇੱਥੇ ਆਪਾਂ, ਭਾਵ ਕਿ ਕੋਈ ਵਸਤੂ ਕੋਈ ਬਰਤਨ ਦੇ ਵਿੱਚ ਪਾਉਣੀ ਹੋਵੇ ਤਾਂ ਉਹਨੂੰ ਪਹਿਲਾਂ ਸਾਫ਼ ਕਰਨਾ ਪਵੇਗਾ, ਉਹਨੂੰ ਧੋਣਾ ਪਵੇਗਾ, ਉਹਦੇ ਵਿੱਚੋਂ ਕੋਈ ਚੀਜ਼ ਵਸਤੂ ਪਈ ਹੈ ਉਹ ਕੱਢ ਕੇ ਫਿਰ ਦੂਸਰੀ ਪਾਉਣੀ ਪਵੇਗੀ। ਇਸ ਕਰਕੇ ਇਸੇ ਤਰ੍ਹਾਂ ਹੀ ਮਨ ਹੈ। ਜੇਕਰ ਅਸੀਂ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਇਹਨਾਂ ਨੂੰ ਮਾਰਨਾ ਹੈ, ਇਹਨਾਂ ਨੂੰ ਖਤਮ ਕਰਨਾ ਹੈ, ਆਪਣਾ ਮਨ ਰੂਪੀ ਜਿਹੜਾ ਭਾਂਡਾ ਹੈ ਇਹਨੂੰ ਧੋਣਾ ਹੈ, ਫਿਰ ਉਹ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੁਝ ਵੀ ਨਹੀਂ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਇਹੋ ਜਿਹਾ ਉਹ ਜਿਹੜਾ ਨਾਮ ਜਲ ਹੈ, ਜਿਹੜਾ ਪਰਮਾਤਮਾ ਦਾ ਨਾਮ ਹੈ, ਅਜਿਹਾ ਜਲ ਹੈ ਜਿਹੜਾ ਸਾਡੇ ਤਨ ਨੂੰ ਧੋ ਦਿੰਦਾ ਹੈ, ਮਨ ਨੂੰ ਧੋ ਦਿੰਦਾ ਹੈ, ਸਰ ਭਾਵ ਕਿ ਸਾਡੇ ਤਨ ਮਨ ਨੂੰ ਨਿਹਾਲ ਕਰ ਦਿੰਦਾ ਹੈ। ਸਦਾ ਸਦਾ ਜਪ ਨਾਨਕ ਏਕ। ਸਤਿਗੁਰੂ ਜੀ ਕਹਿੰਦੇ ਕਿ ਹੇ ਨਾਨਕ, ਉਹ ਪਰਮਾਤਮਾ ਵਾਹਿਗੁਰੂ ਦਾ ਸਦਾ ਹੀ ਨਾਮ ਜਪਦਾ ਰਹਿ, ਸਦਾ ਸਦਾ ਜਪ ਨਾਨਕ ਏਕ। ਮਹਾਰਾਜ ਕਹਿੰਦੇ ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ। ਜਿਹੜੇ ਪ੍ਰਭੂ ਨੂੰ ਸਿਮਰਦੇ ਹਨ ਉਹ ਬੇਮੁਹਤਾਜ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰਵਾਹ ਕੋਈ ਡਰ ਭਾਉ ਨਹੀਂ ਹੈ। ਜਿਹੜੇ ਪਰਮਾਤਮਾ ਨੂੰ ਸਿਮਰਦੇ ਹਨ, ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ, ਉਹ ਬੇਮੁਹਤਾਜ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਕੋਈ ਚਿੰਤਾ ਕੋਈ ਰੋਗ ਨਹੀਂ ਹੈ। ਇਸ ਕਰਕੇ ਉਹ ਪਰਮਾਤਮਾ ਨੂੰ ਸਦਾ ਹੀ, ਸਤਿਗੁਰੂ ਜੀ ਕਹਿੰਦੇ ਸਦਾ ਸਦਾ ਜਪ ਨਾਨਕ ਏਕ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਂਦਾ ਰਹਿ, ਜਿਹਨੇ ਤੈਨੂੰ ਸਭ ਕੁਝ ਇੱਥੇ ਜੀਵਨ ਬਖਸ਼ਿਆ ਹੈ, ਜਿਹਨੇ ਤੈਨੂੰ ਤਨ ਬਖਸ਼ਿਆ ਹੈ, ਮਨ ਬਖਸ਼ਿਆ ਹੈ, ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਕੀਤੀ ਹੈ। ਉਸ ਪਰਮਾਤਮਾ ਵਾਹਿਗੁਰੂ ਨੂੰ ਸਦਾ ਹੀ ਉਹਦੀ ਆਰਾਧਨਾ ਕਰਦਾ ਰਹਿ। ਸਭ ਉੱਪਰ ਪਾਰ ਬ੍ਰਹਮ ਦਾ ਤਾਰ। ਉਹ ਪਰਮਾਤਮਾ ਵਾਹਿਗੁਰੂ ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਭਾਵ ਕਿ ਸਾਰਾ ਸਾਨੂੰ ਦੇਣ ਵਾਲਾ, ਦਾਤਾਂ ਦਾਤਾਰ, ਸਾਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਪਾਰ ਬ੍ਰਹਮ ਪਾਤਸ਼ਾਹ ਸਾਡੇ ਉੱਪਰ ਸਦਾ ਹੀ, ਸਭ ਉੱਪਰ ਪਾਰ ਬ੍ਰਹਮ ਸਦਾ ਸਾਡੇ ਸਿਰ ਦੇ ਉੱਪਰ ਰਾਖਾ ਬਣ ਕੇ ਰਹਿੰਦਾ ਹੈ। ਤੇਰੀ ਟੇਕ ਤੇਰਾ ਆਧਾਰ। ਅਤੇ ਸਤਿਗੁਰੂ ਜੀ ਕਹਿੰਦੇ ਕਿ ਹੇ ਪ੍ਰਭੂ, ਅਸੀਂ ਤੁਹਾਡੇ ਜਿਹੜਾ ਜੀਵਾਂ ਵਾਸਤੇ ਤੁਹਾਡਾ ਜਿਹੜਾ ਨਾਮ ਹੈ ਸਾਡਾ ਆਸਰਾ ਹੈ, ਅਸੀਂ ਤੁਹਾਡਾ ਹੀ ਸਹਾਰਾ ਹੈ, ਸਾਨੂੰ ਤੁਹਾਡੇ ਨਾਮ ਦਾ ਹੀ ਸਹਾਰਾ ਹੈ, ਤੁਹਾਡਾ ਹੀ ਆਸਰਾ ਹੈ। ਇਸ ਕਰਕੇ ਅਸੀਂ ਤੁਹਾਡੀ ਦਰਗਾਹ 'ਤੇ ਤੁਹਾਡੇ ਦਰ 'ਤੇ ਆਏ ਹਾਂ, ਅਸੀਂ ਮੰਗਤੇ ਬਣ ਕੇ ਆਏ ਹਾਂ। ਹਮ ਭੀਖ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਹੇ ਸੱਚੇ ਪਾਤਸ਼ਾਹ ਜੀ, ਉਹ ਹਮ ਭੀਖ ਭਿਖਾਰੀ ਤੇਰੇ, ਅਸੀਂ ਤੁਹਾਡੇ ਦਰ 'ਤੇ ਭਿਖਾਰੀ ਬਣ ਕੇ ਆਏ ਹਾਂ। ਤੂੰ ਨਿਜ ਪਤ ਹੈ ਦਾਤਾ, ਤੂੰ ਦਾਤਾਂ ਦੇਣ ਵਾਲਾ ਪਾਤਸ਼ਾਹ ਹੈ। ਹੇ ਸੱਚੇ ਪਾਤਸ਼ਾਹ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ। ਰਹਾਓ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਸਮਝਾਉਂਦੇ ਹਨ। ਹੈ ਤੂੰ ਹੋਵਨਹਾਰ, ਆਗਮ ਅਗਾਧ ਊਚ ਅਪਾਰ। ਸਤਿਗੁਰੂ ਜੀ ਕਹਿੰਦੇ ਕਿ ਹੇ ਪਾਤਸ਼ਾਹ ਜੀਓ, ਆਗਮ ਅਗਾਧ ਹੈ ਤੂੰ ਹੋਵਨਹਾਰ। ਕਹਿੰਦੇ ਪਰਮਾਤਮਾ ਜੀਓ, ਹਰ ਵੇਲੇ ਹਰ ਥਾਂ ਤੂੰ ਹੀ ਹੈ, ਸਭ ਕਿਤੇ ਵਸ ਰਿਹਾ ਹੈ ਤੂੰ। ਕਣ ਕਣ ਦੇ ਵਿੱਚ ਉਹ ਸਤਿਗੁਰੂ ਵਸ ਰਿਹਾ ਹੈ ਤੂੰ ਹੋਵਨਹਾਰ, ਆਗਮ ਅਗਾਧ। ਹੇ ਅਪਹੁੰਚ ਪਾਤਸ਼ਾਹ ਜੀਓ, ਹੇ ਅਥਾਹ ਪ੍ਰਭੂ, ਸਭ ਤੋਂ ਉੱਚੇ ਬੇਅੰਤ ਪਾਤਸ਼ਾਹ ਹੋ ਤੁਸੀਂ, ਜੋ ਸਭ ਕਿਤੇ ਵਸ ਰਹੇ ਹੋ, ਕਣ ਕਣ ਦੇ ਵਿੱਚ ਵਸ ਰਹੇ ਹੋ, ਸਾਡੇ ਨਾਲ ਹਮੇਸ਼ਾ ਤੁਸੀਂ ਰਹਿੰਦੇ ਹੋ। ਇਸ ਕਰਕੇ ਤੁਸੀਂ ਅਪਹੁੰਚ ਹੋ, ਕਿਤੇ ਵੀ ਤੁਸੀਂ ਪਹੁੰਚ ਸਕਦੇ ਹੋ। ਜੋ ਤੁਧ ਸੇਵ ਹੈ ਤਿਨ ਭਉ ਦੁਖ ਨਾਹੀ। ਦੇਖੋ ਮਹਾਰਾਜ ਪੰਗਤੀ ਅਨੁਸਾਰ ਦੱਸ ਰਹੇ ਹਨ, ਕਹਿੰਦੇ ਜੋ ਤੁਧ ਸੇਵ ਹੈ ਤਿਨ ਭਉ ਦੁਖ ਨਾਹੀ। ਕਹਿੰਦੇ ਜਿਹੜੇ ਤੇਰੀ ਆਰਾਧਨਾ ਕਰਦੇ ਹਨ, ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਉਹਨਾਂ ਨੂੰ ਕੋਈ ਪੋਹ ਨਹੀਂ ਸਕਦਾ ਹੈ।
ਲੋਕ ਸੁਖੀਏ ਪਰਲੋਕ ਸੁਹੇਲਾ। ਉਹਨਾਂ ਦਾ ਲੋਕ ਵੀ ਸੁਖੀ ਹੋ ਜਾਂਦਾ ਹੈ, ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਉਹਨਾਂ ਦਾ ਸਭ ਕੁਝ ਜੀਵਨ ਇੱਥੇ ਹੀ ਸਫਲ ਹੋ ਜਾਂਦਾ ਹੈ। ਉਹਨਾਂ ਦਾ ਆਉਣਾ, ਕੋਈ ਵੀ ਸੰਤ ਜਨ ਜਦੋਂ ਕੋਈ ਸਵਰਗਵਾਸ ਹੋ ਜਾਂਦਾ ਹੈ ਤਾਂ ਉਹਦੇ ਅੱਗੇ ਪੰਗਤੀ ਲਿਖਦੇ ਹਨ, ਕਹਿੰਦੇ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ। ਫਿਰ ਉਹ ਕੀ ਗੱਲ ਹੈ, ਉਹਦੇ ਵਿੱਚੋਂ ਪੰਗਤੀ ਪੜ੍ਹੋ, ਗੁਰਮੁਖ ਜਨਮ ਸਵਾਰ ਦਰਗਹ ਚੱਲਿਆ। ਕਹਿੰਦੇ ਉਹ ਇੱਥੇ ਜੀਵਨ ਬਣਾ ਕੇ ਚੱਲਿਆ ਹੈ, ਆਪਣਾ ਜਨਮ ਜਿਹੜਾ ਹੈ ਉਹ ਸਵਾਰ ਕੇ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ, ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਚਲਿਆ ਗਿਆ ਹੈ। ਭਾਵ ਕਿ ਉਹਨੇ ਇੱਥੇ ਹੀ ਆਪਣਾ ਜੀਵਨ ਬਣਾ ਲਿਆ ਹੈ। ਇਸ ਕਰਕੇ ਉਸ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦੇ ਵਿੱਚ ਬੜੀ ਵੱਡੀ ਤਾਕਤ ਹੈ। ਉਹ ਭਿਖਾਰੀਆਂ ਤੋਂ ਰਾਜੇ ਬਣਾ ਦਿੰਦਾ ਹੈ ਅਤੇ ਰਾਜਿਆਂ ਤੋਂ ਭਿਖਾਰੀ ਬਣਾ ਦਿੰਦਾ ਹੈ। ਬੜਾ ਦਾਤਾਂ ਦੇਣ ਵਾਲਾ ਪਾਤਸ਼ਾਹ ਜਿਹੜਾ ਮੇਰਾ ਪਾਤਸ਼ਾਹ ਹੈ, ਬੜਾ ਅਜ਼ੀਜ਼ ਹੈ। ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹਨੂੰ ਕੋਈ ਉਹਦੇ ਕੋਈ ਗੁਣਾਂ ਨੂੰ ਨਹੀਂ ਗਾ ਸਕਦਾ। ਭਾਵ ਕਿ ਉਹਦੇ ਗੁਣ ਪਤਾ ਹੀ ਨਹੀਂ ਕਿੰਨੇ ਕੁ ਹਨ, ਕੋਈ ਉਹਦਾ ਗੁਣਾਂ ਦਾ ਅੰਤ ਨਹੀਂ ਪਾ ਸਕਦਾ, ਉਸ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਦਾ। ਇਸ ਕਰਕੇ ਉਹ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਅਸੀਂ ਹਮੇਸ਼ਾ ਗਾਉਂਦੇ ਰਹਿਣਾ ਹੈ, ਜਪਦੇ ਰਹਿਣਾ ਹੈ, ਆਰਾਧਨਾ ਉਹਦੀ ਕਰਦੇ ਰਹਿਣਾ ਹੈ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਸਤਿਗੁਰੂ ਜੀ ਕਹਿੰਦੇ ਦੇਖੋ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਆਪਾਂ ਐਵੇਂ ਨਹੀਂ ਨਾਮ ਜਪ ਸਕਦੇ ਗੁਰੂ ਮਹਾਰਾਜ ਦਾ, ਜੇ ਉਹਦੀ ਕਿਰਪਾ ਹੋਵੇਗੀ, ਦ੍ਰਿਸ਼ਟੀ ਹੋਵੇਗੀ ਸਾਡੇ 'ਤੇ, ਫਿਰ ਅਸੀਂ ਜਪ ਸਕਦੇ ਹਾਂ। ਸਤਿਗੁਰੂ ਜੀ ਕਹਿੰਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ, ਉਸ ਪ੍ਰਮਾਤਮਾ ਪਾਤਸ਼ਾਹ ਨਾਨਕ ਦੀ ਕਿਰਪਾ ਹੋਵੇਗੀ, ਗੁਣ ਗਾਹੇ, ਫਿਰ ਉਹ ਨਾਨਕ ਪਾਤਸ਼ਾਹ ਦੇ ਅਸੀਂ ਗੁਣਾਂ ਨੂੰ ਗਾ ਸਕਦੇ ਹਾਂ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਸਤਿਗੁਰੂ ਜੀ ਕਹਿੰਦੇ ਹੇ ਪਾਤਸ਼ਾਹ ਜੀਓ, ਤੁਹਾਡਾ ਜਿਹੜਾ ਇਹ ਜਗਤ ਦੇ ਵਿੱਚ ਪਸਾਰਾ ਹੈ, ਜਗਤ ਦੇ ਵਿੱਚ ਜੀਵਨ ਦੇ ਵਿੱਚ ਅਸੀਂ ਜੋ ਕੁਝ ਵੀ ਦੇਖਦੇ ਹਾਂ ਤੁਹਾਡਾ ਹੀ ਰੂਪ ਹੈ। ਜੋ ਵੀ ਅਸੀਂ ਜੀਵ ਜੰਤੂ, ਕੋਈ ਮਨੁੱਖ, ਕਿਸੇ ਵੀ ਨੂੰ ਮਿਲਦੇ ਹਾਂ ਤੁਹਾਡਾ ਰੂਪ ਹਨ। ਅਤੇ ਹੇ ਗੁਣਾਂ ਦੇ ਖਜ਼ਾਨੇ ਪਾਤਸ਼ਾਹ ਜੀਓ, ਗੁਣ ਨਿਧਾਨ ਗੋਬਿੰਦ ਅਨੂਪ। ਅਤੇ ਸੋਹਣੇ ਗੋਬਿੰਦ, ਜਗਤ ਤੇਰਾ ਹੀ ਰੂਪ ਹੈ। ਉਹ ਪਰਮਾਤਮਾ ਵਾਹਿਗੁਰੂ ਜੀਓ ਤੁਹਾਡਾ ਹੀ ਰੂਪ ਹਨ। ਸਾਰੇ ਜਿੰਨਾ ਕੁਝ ਵੀ ਇੱਥੇ ਜੀਵਨ ਦੇ ਵਿੱਚ, ਸੰਸਾਰ ਦੇ ਵਿੱਚ ਜੋ ਕੁਝ ਵੀ ਵਿਚਰਿਆ ਹੈ ਤੁਹਾਡਾ ਹੀ ਰੂਪ ਹਨ। ਸਿਮਰ 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 ਜਨ ਸੋਈ। ਸਤਿਗੁਰੂ ਜੀ ਕਹਿੰਦੇ ਹੇ ਗੁਰਮੁਖ ਪਿਆਰੇ ਗੁਰਸਿੱਖੋ, ਕਹਿੰਦੇ ਸਿਮਰ 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 ਜਨ ਸੋਈ। ਉਸ ਪਰਮਾਤਮਾ ਦਾ ਸਿਮਰਨ ਸਦਾ ਹੀ ਕਰਦੇ ਰਹੋ, ਸਵਾਸ ਸਵਾਸ ਉਸ ਪਰਮਾਤਮਾ ਵਾਹਿਗੁਰੂ ਨੂੰ ਜਪਦੇ ਰਹੋ। ਇਸ ਕਰਕੇ ਉਹ ਪਰਮਾਤਮਾ ਵਾਹਿਗੁਰੂ ਸਾਡੇ 'ਤੇ ਦਇਆਵਾਨ ਹੋਣਗੇ। ਨਾਨਕ ਕਰਮ ਪ੍ਰਾਪਤ ਹੋਏ। ਸਤਿਗੁਰੂ ਜੀ ਕਹਿੰਦੇ ਕਿ ਹੇ ਨਾਨਕ, ਉਹ ਪਰਮਾਤਮਾ ਦਾ ਨਾਮ ਸਿਮਰਨ ਦੇ ਨਾਲ, ਪਰਮਾਤਮਾ ਦੀ ਕਿਰਪਾ ਨਾਲ ਉਹ ਪਰਮਾਤਮਾ ਦਾ ਨਾਮ ਸਿਮਰਨਾ ਮਿਲਦਾ ਹੈ। ਜਿਹੜਾ ਦੇਖੋ ਅਸੀਂ ਗੁਰੂ ਦੇ ਦਰ 'ਤੇ ਆਉਂਦੇ ਹਾਂ, ਗੁਰੂ ਦਰਬਾਰ ਦੇ ਵਿੱਚ ਬੈਠਦੇ ਹਾਂ, ਵੱਡੇ ਭਾਗਾਂ ਵਾਲੇ ਹਾਂ ਅਸੀਂ, ਜੋ ਸਾਨੂੰ ਸਤਿਗੁਰੂ ਜੀ ਨੇ ਗੁਰੂ ਦੇ ਦਰ ਦੀ ਸੰਗਤ ਕਰਨ ਦਾ ਸੁਭਾਗ ਬਖਸ਼ਿਆ ਹੈ। ਕਿਉਂ ਨਾ ਅਸੀਂ ਇਹ 10 ਮਿੰਟ 15 ਮਿੰਟ ਜੋ ਗੁਰੂ ਦੇ ਦਰ 'ਤੇ ਆਉਂਦੇ ਹਾਂ, ਨਤਮਸਤਕ ਹੁੰਦੇ ਹਾਂ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕਰੀਏ, ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ, ਅਰਦਾਸ ਕਰੀਏ ਸਤਿਗੁਰੂ ਅੱਗੇ ਕਿ ਸੱਚੇ ਪਾਤਸ਼ਾਹ ਤੁਸੀਂ ਬਖਸ਼ਣਹਾਰ ਹੋ, ਤੁਸੀਂ ਦਾਤਾਂ ਦੇਣ ਵਾਲੇ ਹੋ, ਤੁਸੀਂ ਮੇਰੇ ਨਿਮਾਣੇ 'ਤੇ ਮੇਰੇ 'ਤੇ ਕਿਰਪਾ ਕੀਤੀ ਹੈ, ਮੈਨੂੰ ਇਹ ਲੱਤਾਂ ਬਖਸ਼ੀਆਂ ਹਨ ਜੋ ਕਿ ਮੈਂ ਤੁਰ ਕੇ ਤੁਹਾਡੇ ਦਰ 'ਤੇ ਆਇਆ ਹਾਂ, ਮੈਨੂੰ ਸਵਾਸ ਬਖਸ਼ੇ ਹਨ ਜੋ ਤੁਹਾਡੇ ਮੈਂ ਦਰ 'ਤੇ ਆਇਆ ਹਾਂ, ਮੈਨੂੰ ਜੀਭ ਬਖਸ਼ੀ ਹੈ ਮੈਂ ਤੁਹਾਡੇ ਦਰ 'ਤੇ ਆ ਕਰਕੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪ ਰਿਹਾ ਹਾਂ, ਜਾਂ ਮੈਂ ਨਾਮ ਜਪਣਾ ਚਾਹੁੰਦਾ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਕਿਰਪਾ ਕਰੋ, ਕਿਰਪਾ ਕਰਕੇ ਮੈਥੋਂ ਮੇਰੇ 'ਤੇ ਕਿਰਪਾ ਕਰਕੇ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਇਹ ਸਤਿਗੁਰੂ ਅੱਗੇ ਆਪਾਂ ਜੇਕਰ ਅਰਦਾਸ ਕਰੀਏ ਤਾਂ ਸਤਿਗੁਰੂ ਜੀ ਕਹਿੰਦੇ ਕਿ ਬਿਰਥੀ ਨਾ ਜਾਏ ਜਨ ਕੀ ਅਰਦਾਸ। ਫਿਰ ਉਹ ਨਿਮਾਣੇ ਦੀ ਅਰਦਾਸ ਜਿਹੜੀ ਹੈ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਸੱਚੇ ਪਿਤਾ ਵਾਹਿਗੁਰੂ ਜੀਓ, ਕਿਉਂਕਿ ਉਹ ਨਿਮਾਣਿਆਂ ਦੇ ਮਾਣ ਕਰਦੇ ਹਨ, ਨਿਤਾਣਿਆਂ ਦੇ ਤਾਣ, ਸਾਡੇ 'ਤੇ ਸਾਡਾ ਉਹਨਾਂ 'ਤੇ ਜ਼ੋਰ ਹੈ ਪਰਮਾਤਮਾ ਵਾਹਿਗੁਰੂ 'ਤੇ, ਕਿਉਂਕਿ ਆਪਣੇ ਮਾਤਾ ਪਿਤਾ 'ਤੇ ਆਪਣਾ ਜ਼ੋਰ ਹੁੰਦਾ ਹੈ ਬੱਚੇ ਦਾ ਕਿ ਮੈਨੂੰ ਕੋਈ ਵੀ ਚੀਜ਼ ਜੇਕਰ ਲੋੜ ਪਵੇ ਤਾਂ ਮੈਨੂੰ ਲੈ ਕੇ ਦੇਣਗੇ, ਮੇਰੇ ਮਾਂ ਪਿਓ ਹਨ, ਉਹਨਾਂ ਨੇ ਮੈਨੂੰ ਜਨਮ ਦਿੱਤਾ ਹੈ। ਇਸ ਤਰ੍ਹਾਂ ਉਸ ਪਰਮਾਤਮਾ ਦੇ ਅਸੀਂ ਬੱਚੇ ਹਾਂ, ਸਾਡਾ ਉਹਨਾਂ 'ਤੇ ਜ਼ੋਰ ਹੈ।
ਅਸੀਂ ਜੋ ਕੁਝ ਵੀ ਮੰਗਦੇ ਹਾਂ ਉਹਨਾਂ ਨੂੰ ਦੇਣਾ ਪਵੇਗਾ ਪਰਮਾਤਮਾ ਵਾਹਿਗੁਰੂ ਨੂੰ ਸਾਡੇ 'ਤੇ। ਇਸ ਕਰਕੇ ਅਸੀਂ ਉਹਦੀ ਹਮੇਸ਼ਾ ਹੀ ਆਰਾਧਨਾ ਕਰਦੇ ਰਹਿਣਾ ਹੈ। ਜਿਨ ਜਪਿਆ ਤਿਸ ਕਾ ਬਲਿਹਾਰ। ਸਤਿਗੁਰੂ ਜੀ ਕਹਿੰਦੇ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ ਉਹਦੇ ਤੋਂ ਕੁਰਬਾਨ ਹੋਣਾ ਚਾਹੀਦਾ ਹੈ। ਉਹਦੇ ਤੋਂ ਸਤਿਗੁਰੂ ਜੀ ਕਹਿੰਦੇ ਸੰਤ ਜਨਾਂ ਕੀ ਬਾਛੋ ਧੂਰ। ਸੰਤ ਜਨ ਜਿਹੜੇ ਸੰਤ ਜਨ ਹਨ ਜਿਨ੍ਹਾਂ ਨੇ ਨਾਮ ਜਪਿਆ ਹੈ, ਮਹਾਰਾਜ ਕਹਿੰਦੇ ਉਹਨਾਂ ਦੀ ਮੈਨੂੰ ਚਰਨ ਧੂੜ ਪ੍ਰਾਪਤ ਹੋ ਜਾਵੇ। ਮੈਂ ਇਹ ਸਤਿਗੁਰੂ ਅੱਗੇ ਅਰਦਾਸ ਕਰਦਾ ਹਾਂ। ਰਹੋ ਵਿਚਾਰ ਸਤਿਗੁਰੂ ਜੀ ਕਹਿੰਦੇ ਕਿ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ। ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਉਹਨਾਂ ਤੋਂ ਬਲਿਹਾਰੇ ਜਾਣਾ ਚਾਹੀਦਾ ਹੈ, ਉਹਨਾਂ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਅਤੇ ਤਿਸ ਕੈ ਸੰਗ ਤਰੈ ਸੰਸਾਰ। ਸਤਿਗੁਰੂ ਜੀ ਕਹਿੰਦੇ ਮਨੁੱਖ ਦੀ ਸੰਗਤ ਦੇ ਵਿੱਚ ਰਹਿ ਕਰਕੇ ਇਹ ਸਾਰਾ ਜਿਹੜਾ ਸੰਸਾਰ ਹੈ ਇਹ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਜਿਹੜਾ ਸਤਿਗੁਰੂ ਜੀ ਦੀ ਮਨੁੱਖਾਂ ਦੀ ਗੁਰਮੁਖਾਂ ਦੀ ਸੇਵਕਾਂ ਦੀ ਸੰਗਤ ਕਰਦਾ ਹੈ ਉਹ ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਕਹੋ ਨਾਨਕ ਪ੍ਰਭ ਲੋਚਾ ਪੂਰ। ਨਾਨਕ ਜੀ ਕਹਿੰਦੇ ਕਿ ਹੇ ਪ੍ਰਭੂ ਪਾਤਸ਼ਾਹ ਜੀਓ, ਕਹੋ ਨਾਨਕ ਮੇਰੀ ਲੋਚਾ ਪੂਰ। ਮੇਰੀ ਇੱਕ ਤਾਂਘ ਹੈ ਤੁਹਾਡੇ ਅੱਗੇ, ਅਰਜ਼ ਹੈ, ਅਰਦਾਸ ਹੈ ਮੇਰੀ। ਸਤਿਗੁਰੂ ਜੀ ਕਹਿੰਦੇ ਕੀ ਤਾਂਘ ਹੈ? ਮਹਾਰਾਜ ਕਹਿੰਦੇ ਸੰਤ ਜਨਾਂ ਕੀ ਬਾਛੋ ਧੂਰ। ਨਾਨਕ ਜੀ ਕਹਿੰਦੇ ਮੇਰੀ ਇਹ ਤਾਂਘ ਹੈ ਕਿ ਸੰਤ ਜਨਾਂ ਦੀ ਜਿਹੜੀ ਧੂੜ ਹੈ, ਚਰਨਾਂ ਦੀ ਧੂੜ ਹੈ, ਮੈਂ ਉਹ ਮੰਗ ਰਿਹਾ ਹਾਂ ਤੁਹਾਡੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਓ। ਮੈਂ ਤੁਹਾਡੇ ਦਰ ਤੋਂ ਉਹਨਾਂ ਸੇਵਕਾਂ ਦੀ, ਉਹਨਾਂ ਗੁਰਮੁਖਾਂ ਦੀ, ਸੰਤ ਜਨਾਂ ਦੀ ਧੂੜ ਮੰਗਦਾ ਹਾਂ, ਭਾਵ ਕਿ ਉਹਨਾਂ ਦੀ ਸੰਗਤ ਮੰਗਦਾ ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕੀਤੀ ਹੈ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਜਪ ਜਪ ਕਰਕੇ ਆਰਾਧਨਾ ਕਰ ਕਰਕੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੋ ਗਏ ਹਨ। ਮੈਂ ਉਹਨਾਂ ਦੀ ਚਰਨ ਧੂੜ ਮੰਗਦਾ ਹਾਂ, ਮੈਂ ਉਹਨਾਂ ਦੀ ਸੰਗਤ ਮੰਗਦਾ ਹਾਂ ਕਿ ਇਹ ਸੱਚੇ ਪਾਤਸ਼ਾਹ ਜੀਓ ਮੈਨੂੰ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਜਿਹੜੀ ਹੈ ਉਹ ਬਖਸ਼ਿਸ਼ ਹੁੰਦੀ ਰਵੇ। ਸੋ ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ, ਗੁਰੂ ਚਰਨਾਂ ਦੇ ਨਾਲ ਜੋੜ ਕਰਕੇ ਰੱਖਣਾ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ ਜੀ। ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹੀ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।